ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ ਜਿਸ ਨੇ ਵਕਤ ਤੇ ਵੇਲਾ ਹੈ, ਘੜੀਆਂ ਹੈ, ਮੌਕਾ ਹੈ, ਸਮਾਂ ਸਾਨੂੰ ਦਿੱਤਾ ਹੈ ਤਾਂ ਕਿ ਅਸੀਂ ਖੁਦਾਵੰਦ ਦੇ ਕਲਾਮ ਦੇ ਚੋਂ ਸੁਣੀਏ, ਸਿੱਖੀਏ ਤੇ ਫਿਰ ਦੂਜਿਆਂ ਨਾਲ ਵੀ ਉਹਦੇ ਕਲਾਮ ਦੀਆਂ ਗੱਲਾਂ ਕਰ ਲਈਏ, ਕਿਉਂਕਿ ਖੁਦਾਵੰਦ ਦਾ ਕਲਾਮ ਹੀ ਹੈ ਜਿਹੜਾ ਸਾਡੇ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਹੈ। ਤੇ ਅੱਜ ਅਸੀਂ ਅਯੂਬ ਦੀ ਕਿਤਾਬ 15 ਬਾਬ ਜਿਸ ਵੇਲੇ 4 ਐਤ ਤੋਂ ਪੜ੍ਹਨੇ ਆ ਤੇ ਲਿਖਿਆ ਮਿਲਦਾ ਹੈ, ਤੂੰ ਖੁਦਾ ਦੇ ਖੌਫ ਨੂੰ ਤੇ ਬਰਤਰਫ ਕੀਤਾ ਹੈ ਤੇ ਕਰਨਾ ਉਹਦਾ ਇਬਾਦਤ ਹੈ। ਤੇ ਫਿਰ ਰੱਬ ਵੀ ਕਹਿੰਦਾ ਹੈ ਇਬਾਦਤ ਨੂੰ ਤੂੰ ਜ਼ਾਇਲ ਕਰਨਾ ਹੈ ਤੇ ਤੇਰਾ ਗੁਨਾਹ ਤੇਰੇ ਮੂੰਹ ਨੂੰ ਸਿਖਾਉਂਦਾ ਹੈ ਤੇ ਤੂੰ ਯਾਰਾਂ ਦੀ ਧੋਖੇਬਾਜ਼ਾਂ ਦੀ ਕਹਿੰਦਾ ਬੋਲੀ ਬੋਲਣਾ ਹੈ। ਤੇਰਾ ਹੀ ਮੂੰਹ ਕਹਿੰਦਾ ਤੈਨੂੰ ਮੁਲਜ਼ਮ ਠਹਿਰਾਉਂਦਾ, ਨਾ ਕਿ ਮੈਂ, ਬਲਕਿ ਲਿਖਿਆ ਤੇਰੇ ਹੀ ਹੋਂਠ ਤੇਰੇ ਖਿਲਾਫ ਗਵਾਹ ਲੱਗਦੇ ਨੇ। ਖੁਦਾ ਨੂੰ ਜਦੋਂ ਉਹਦੀ ਅਦਾਲਤ ਹੋਣੀ ਹੈ ਬਾਹਰੋਂ ਗਵਾਹੀ ਦੀ ਜ਼ਰੂਰਤ ਨਹੀਂ ਪੈਣੀ, ਕਿਉਂਕਿ ਅਬਰਾਨੀਆਂ ਦਾ ਮੁਸੰਨਫ ਪੌਲੁਸ ਰਸੂਲ 9 ਬਾਬ ਦੀ 27 ਚ ਕਹਿੰਦਾ ਬੰਦਾ ਜਦੋਂ ਮਰੇਗਾ ਉਸ ਤੋਂ ਬਾਅਦ ਉਹਦੀ ਅਦਾਲਤ ਹੋਵੇਗੀ। ਪਹਿਲਾ ਕਰੰਥੀਓ ਪਹਿਲਾ ਬਾਬ ਜਿਸ ਵੇਲੇ 4 ਐਤ ਤੋਂ ਪੜ੍ਹਨਾ ਸ਼ੁਰੂ ਕਰੀਏ ਤੇ ਲਿਖਿਆ ਮਿਲਦਾ ਹੈ, ਮੈਂ ਖੁਦਾ ਦੇ ਉਸ ਫਜ਼ਲ ਦੇ ਬਾਅਦ ਜਿਹੜਾ ਮਸੀਹ ਯਿਸੂ ਵਿੱਚ ਹੁੰਦਿਆਂ ਹੋਇਆ ਕਹਿੰਦਾ ਤੁਹਾਡੇ ਉੱਤੇ ਹੋ ਗਿਆ ਆਪਣੇ ਰੱਬ ਦਾ ਸ਼ੁਕਰ ਕਰਨਾ ਕਿ ਤੁਸੀਂ ਉਸ ਦੇ ਵਿੱਚ ਹੋ ਕੇ ਕਲਾਮ ਤੇ ਇਲਮ ਦੀ ਦੌਲਤ ਦੇ ਵਿੱਚ ਦੌਲਤਮੰਦ ਬਣ ਗਏ। ਕਲਾਮ ਤੇ ਇਲਮ ਦੀ ਦੌਲਤ ਦੇ ਵਿੱਚ ਦੌਲਤਮੰਦ ਬਣ ਗਏ ਹੋ ਤੇ ਮਸੀਹ ਦੀ ਗਵਾਹੀ ਤੁਹਾਡੇ ਚ ਕਾਇਮ ਹੋਈ। ਇੱਥੋਂ ਤੱਕ ਕਿ ਤੁਸੀਂ ਕਿਸੇ ਨਿਯਮਤ ਚ ਘੱਟ ਨਹੀਂ ਤੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਜ਼ਹੂਰ ਦੇ ਮੁੰਤਜ਼ਰ ਹੋ, ਜਿਹੜਾ ਤੈਨੂੰ ਆਖਰ ਤੱਕ ਕਾਇਮ ਵੀ ਰੱਖੇਗਾ ਤੇ ਤੁਸੀਂ ਉਸ ਦਿਨ ਬੇਇਲਜ਼ਾਮ ਠਹਿਰੋਗੇ, ਕਿਉਂਕਿ ਤੁਹਾਡੇ ਤੇ ਇਲਜ਼ਾਮ ਲੱਗੇਗਾ। ਕਿਉਂ ਲੱਗੇਗਾ ਵੀ ਇਲਜ਼ਾਮ? ਕਿਉਂਕਿ ਯਰਮੀਆ 23 ਬਾਬ 28 ਚ ਲਿਖਿਆ, ਜਿਸ ਨਬੀ ਕੋ ख्वाब ਉਹ ख्वाब ਦੱਸੇ ਜਿਹਦੇ ਕੋਲ ਮੇਰਾ ਕਲਾਮ ਹੈ, ਇਸ ਨੂੰ ਦਿਆਨਤਦਾਰੀ ਨਾਲ ਸੁਣਾਵੇ। ਕਿਉਂ ਇਲਜ਼ਾਮ ਲੱਗੇਗਾ? ਕਿਉਂਕਿ ਯਸਾਇਆ 48 ਬਾਬ ਤੇ 20 ਚ ਲਿਖਿਆ ਹੈ, ਬਾਬਲ ਚੋਂ ਨਿਕਲੋ, ਕਸਤੀਆਂ ਦੇ ਦਰਮਿਆਨ ਚੋਂ ਭੱਜੋ ਤੇ ਨਗਮਾਂ ਦੀ ਆਵਾਜ਼ ਨਾ ਗਾਇਓ ਤੇ ਬਿਆਨ ਕਰਿਓ ਤੇ ਉਸ ਨੂੰ ਮਸ਼ਹੂਰ ਕਰਿਓ, ਉਸ ਦੀਆਂ ਖਬਰਾਂ ਜ਼ਮੀਨ ਦੇ ਕਿਨਾਰਿਆਂ ਤੱਕ ਪਹੁੰਚਾਇਓ। ਇਲਜ਼ਾਮ ਇਸ ਕਰਕੇ ਲੱਗੇਗਾ ਕਿ ਅਸੀਂ ਉਹਦੀਆਂ ਖਬਰਾਂ ਨਹੀਂ ਪਹੁੰਚਾਈਆਂ। ਖੁਦਾ ਦੀ ਮਰਜ਼ੀ ਹੈ, ਕਿਉਂਕਿ ਅਯੂਬ ਦੀ ਕਿਤਾਬ 14 ਬਾਬ ਨੂੰ ਪੜ੍ਹੀਏ ਤੇ ਲਿਖਿਆ, ਇਨਸਾਨ ਜਿਹੜਾ ਔਰਤ ਤੋਂ ਪੈਦਾ ਹੈ ਥੋੜੇ ਦਿਨਾਂ ਦਾ, ਫੁੱਲ ਦੀ ਤਰ੍ਹਾਂ ਨਿਕਲਦਾ ਫਿਰ ਕੱਟਿਆ ਜਾਂਦਾ, ਥੋੜੇ ਦਿਨਾਂ ਦੇ ਫਿਰ ਵੀ ਸੁੱਤੇ ਪਏ। ਅਮਸਾਲ 6 ਬਾਬ 9 ਚ ਲਿਖਿਆ, ਕਾਹਲ ਤੋਂ ਕਦੋਂ ਤੱਕ ਸੁੱਤਿਆ ਰਹਿਣੇ, ਕਿਸ ਲਈ ਨੀਂਦ ਚ ਉੱਠਣਾ, ਥੋੜੀ ਜਿਹੀ ਨੀਂਦ ਇੱਕ ਹੋਰ ਜਬਕਿ ਜ਼ਰਾ ਪੜੇ ਰਹਿਣੇ, ਪਰ ਹਾਥ ਹੀ ਤੈਨੂੰ ਇਹ ਵੇਲਾ ਆ ਵਕਤ ਜਿਹਦਾ ਤੂੰ ਇਸਤੇਮਾਲ ਨਹੀਂ ਕਰਦਾ ਪਿਆ, ਇਹ ਠੱਗਣ ਡਿਆ। ਤੇਰੇ ਕੋਲ ਕਲਾਮ ਤੇ ਇਲਮ ਦੀ ਦੌਲਤ ਹੈ, ਤੂੰ ਗਵਾਹੀ ਨਹੀਂ ਦੇ ਰਿਹਾ, ਤੂੰ ਕਲਾਮ ਨਹੀਂ ਸੁਣਾ ਰਿਹਾ। ਖੁਦਾ ਦੇ ਕਲਾਮ ਦੇ ਵਿੱਚ ਮੱਤੀ 13 ਬਾਬ 22 ਚ ਲਿਖਿਆ ਹੈ ਕਿ ਦੁਨੀਆ ਦਾ ਫਿਕਰ ਤੇ ਦੌਲਤ ਦਾ ਫਰੇਬ ਉਸ ਕਲਾਮ ਨੂੰ ਦਬਾ ਜਾਂਦਾ ਹੈ ਤੇ ਉਹ ਫਿਰ ਉੱਗਦਾ ਤੇ ਹੈ ਪਰ ਝਾੜੀਆਂ ਚੁੱਕਦਾ ਹੈ ਤੇ ਬੇਫਲ ਰਹਿ ਜਾਂਦਾ ਹੈ।
ਸਾਨੂੰ ਕਿਸੇ ਚੀਜ਼ ਨੇ ਫਰੇਬ ਦਿੱਤਾ ਹੈ, ਸਾਨੂੰ ਦੁਨੀਆ ਦੇ ਫਿਕਰ ਨੇ ਫਰੇਬ ਦਿੱਤਾ, ਸਾਨੂੰ ਦੌਲਤ ਦੇ ਫਰੇਬ ਨੇ। ਸਾਡੇ ਕੋਲ ਉਹ ਦੌਲਤ ਹੈ ਜਿਹੜੀ ਨਿਕਲ ਕੇ ਲੋਕਾਂ ਤੱਕ ਪਹੁੰਚਾਉਣੀ ਹੈ, ਕਲਾਮ ਤੇ ਇਲਮ ਦੀ ਦੌਲਤ। ਸਾਡੇ ਕੋਲ ਉਹ ਖਬਰਾਂ ਹੈ ਜਿਹੜੀਆਂ ਦੁਨੀਆ ਤੱਕ ਪਹੁੰਚਾਉਣੀਆਂ ਨੇ, ਕਿਉਂਕਿ ਖੁਦਾਵੰਦ ਯਿਸੂ ਮਸੀਹ ਨੇ ਮਰਕਜ਼ ਦੀ ਅੰਜੀਲ 16 ਬਾਬ 14 ਤੋਂ ਪੜ੍ਹੀਏ ਤੇ ਲਿਖਿਆ, 11 ਸ਼ਾਗਿਰਦ ਖਾਣਾ ਖਾਣ ਬੈਠੇ ਸੀ। ਖੁਦਾਵੰਦ ਯਿਸੂ ਮਸੀਹ ਉਹਨਾਂ ਦੇ ਵਿੱਚ ਚਲਾ ਗਿਆ ਤੇ ਉਹਨਾਂ ਨੂੰ ਮਲਾਮਤ ਕੀਤੀ ਤੇ ਆਖਿਆ ਕਿ ਉਠੋ, ਸਾਰੀ ਖਲਕ ਦੇ ਸਾਹਮਣੇ ਅੰਜੀਲ ਦੀ ਮਨਾਦੀ ਕਰੇ। ਸੋ ਖਲਕ ਦੇ ਸਾਹਮਣੇ ਅੰਜੀਲ ਦੀ ਮਨਾਦੀ, ਤੇ ਅਸੀਂ ਉਹਦੀਆਂ ਗੱਲਾਂ ਨੂੰ ਦਬਾ ਕੇ ਬੈਠੇ ਨੇ। ਥੋੜੇ ਹੀ ਦਿਨਾਂ ਦੇ ਫਿਰ ਵੀ ਫਿਕਰ ਨਹੀਂ ਕਰਦੇ ਪਏ, ਹੋਸ਼ ਨਹੀਂ ਗੇ ਕਰਦੇ ਪਏ। ਤੇ ਆਓ ਅੱਜ ਵੇਲਾ ਹੈ। ਜ਼ਬੂਰ 6 ਦੀ 5 ਚ ਲਿਖਿਆ, ਬੰਦਿਆ ਕਬਰਾਂ 'ਚ ਜਾ ਕੇ ਸ਼ੁਕਰਗੁਜ਼ਾਰੀ ਕਰੇਗਾ, ਫਿਰ ਨਹੀਂ ਹੋਣੀ। ਇਸੇ ਕਰਕੇ ਪਹਿਲਾ ਕਰੰਥੀਓ 15 ਬਾਬ 58 ਚ ਲਿਖਿਆ, ਸਾਬਤ ਕਦਮ ਹੋਵੋ ਤੇ ਕਾਇਮ ਹੋਵੋ ਤੇ ਰੱਬ ਦੇ ਕੰਮ 'ਚ ਹਮੇਸ਼ਾ ਹੀ ਅਫਜ਼ਾਇਸ਼ ਕਰੋ। ਤੇ ਜੇਕਰ ਚਾਹੁੰਦੇ ਆ ਕਿ ਰੱਬ ਦੇ ਕੰਮ 'ਚ ਫਜ਼ਾਇਸ਼ ਹੋਵੇ ਤੇ ਫਿਰ ਰੱਬ ਨਾਲ ਮਿਲਣਾ ਪਏਗਾ। ਬੜੀ ਦੇਰ ਉਹ ਝੂਠੇ ਅੰਬੋਆਂ ਗੁਰੂਆਂ ਡਿਨਾਮੀਨੇਸ਼ਨਾਂ ਟੋਲਿਆਂ ਦੇ ਨਾਲ ਰਸੂਲ ਰਿਹਾ ਹੈ। ਤੇ ਉਸ ਲਈ ਉਹਨੇ ਕੰਮ ਕੀ ਕੀਤਾ ਹੈ? ਕਲੀਸਿਆ ਨੂੰ ਸਤਾਇਆ ਹੈ, ਮਰਵਾਇਆ ਹੈ, ਤਬਾਹ ਕੀਤਾ ਹੈ। ਨਾ ਅਦਾਲਤਾਂ ਦਾ ਲਿਹਾਜ਼, ਨਾ ਚਰਚਾਂ ਦਾ ਲਿਹਾਜ਼, ਨਾ ਔਰਤਾਂ ਦਾ, ਨਾ ਮਰਦਾਂ ਦਾ। ਰਸੂਲਾਂ ਦੇ ਇਮਾਲ 22 ਬਾਬ 4 ਐਤ ਨੂੰ ਪੜ੍ਹੋ ਤੇ ਲਿਖਿਆ, ਨਾ ਔਰਤਾਂ ਦਾ ਕਹਿੰਦਾ ਮੈਂ ਲਿਹਾਜ਼ ਕਰਦਾ, ਨਾ ਮਰਦਾਂ ਦਾ। ਘਸੀਟ ਕੇ ਲਿਆਉਂਦਾ ਸੀ ਜਿਹੜੇ ਮਸੀਹੀ ਲੋਕ ਸੀ। ਇੱਥੋਂ ਤੱਕ ਸਤਾਉਂਦਾ ਤੇ ਮਰਵਾਉਂਦਾ ਸੀ ਕਿ ਬਾਜ਼ ਲੋਕ ਇਹਨਾਂ ਮਰ ਵੀ ਜਾਂਦੇ ਸੀ। ਤੇ 19 ਐਚ ਕਹਿੰਦਾ ਏ, ਇਬਾਦਤ ਖਾਨਿਆਂ ਦੇ ਵਿੱਚ ਮੈਂ ਕਟਵਾਉਂਦਾ ਸੀ। ਇਬਾਦਤ ਖਾਨਿਆਂ 'ਚ। ਪਰ ਪਹਿਲਾ ਤਿਮੋਥੀ ਪਹਿਲਾ ਬਾਬ ਤੇ ਫਿਰ 12 ਐਚ ਕਹਿੰਦਾ ਏ, ਮੈਂ ਆਪਣੀ ਤਾਕਤ ਬਖਸ਼ਣ ਵਾਲੇ ਖੁਦਾਵੰਦ ਦਾ ਸ਼ੁਕਰ ਕਰਨਾ ਕਿ ਉਸਨੇ ਦਿਆਨਤਦਾਰ ਮੈਨੂੰ ਸਮਝ ਕੇ ਆਪਣੀ ਖਿਦਮਤ ਲਈ ਬੁਲਾ ਲਿਆ। ਤੇ ਕਹਿੰਦਾ ਪਹਿਲੇ ਮੈਂ ਕੁਫਰ ਬਕਣ ਵਾਲਾ, ਸਤਾਉਣ ਵਾਲਾ ਤੇ ਕਲੀਸਿਆ ਨੂੰ ਤਬਾਹ ਕਰਨ ਵਾਲਾ ਸੀ। ਪਰ ਕਹਿੰਦਾ ਸਾਰੇ ਕੰਮ ਮੇਰੇ ਕੋਲ ਨਾਦਾਨੀ 'ਚ ਹੋ ਗਏ। ਉਹਨੇ ਮਾਫੀ ਮੰਗੀ, ਉਹਨੇ ਆਖਿਆ ਸਾਰੇ ਕੰਮ ਮੇਰੇ ਕੋਲ ਨਾਦਾਨੀ 'ਚ ਹੋ ਗਏ। ਤੇ ਫਿਰ ਉਹ ਦੂਸਰਾ ਕਰੰਥੀਓ 5 ਬਾਬ 20 ਚ ਕਹਿੰਦਾ, ਹੁਣ ਮੈਂ ਮਸੀਹ ਦਾ ਇਲਚੀ। ਉਹ ਮਸੀਹ ਦਾ ਇਲਚੀ ਬਣਿਆ। ਅਸੀਂ ਝੂਠੇ ਅੰਬੋਆਂ ਗੁਰੂਆਂ ਡਿਨਾਮੀਨੇਸ਼ਨਾਂ ਟੋਲਿਆਂ ਦੇ ਇਲਚੀ ਬਣਨੇ ਆ, ਉਹਨਾਂ ਦੀ ਤਾਲੀਮ ਦਿੰਦੇ ਆ, ਉਹਨਾਂ ਦੀਆਂ ਗੱਲਾਂ ਕਰਨੇ, ਬਾਈਬਲ ਦੀਆਂ ਗੱਲਾਂ ਨਹੀਂ ਕਰਦੇ। ਪਹਿਲਾ ਕਰੰਥੀਓ 3 ਬਾਬ 9 ਚ ਕਹਿੰਦਾ ਹੈ, ਕਹਿੰਦਾ ਅਸੀਂ ਖੁਦਾ ਦੇ ਨਾਲ ਮਿਲ ਕੇ ਕੰਮ ਕਰਨ ਵਾਲੇ ਆ। ਦੁਨੀਆ ਨੂੰ ਕਹਿੰਦਾ ਤੁਸੀਂ ਖੁਦਾ ਦੀ ਖੇਤੀ ਤੇ ਇਮਾਰਤ ਹੋ। ਤੇ ਆਓ ਭਰਾਓ, ਦੁਨੀਆ ਉਹਦੀ ਖੇਤੀ ਤੇ ਇਮਾਰਤ ਹੈ, ਕਲਾਮ ਬੀਜ ਹੈ। ਹੋਸੀ 10 ਬਾਬ 12 ਚ ਲਿਖਿਆ, ਆਪਣੇ ਲਈ ਸਦਾਕਤ ਨਾਲ ਤੁਖਮ ਰੇਜ਼ੀ ਕਰਿਓ, ਫਿਰ ਤੁਸੀਂ ਸ਼ਫਕਤ ਦੀ ਫਸਲ ਕੱਟੋਗੇ। ਖੁਦਾਵੰਦ ਆਵੇਗਾ, ਰਾਸਤੀ ਬਰਸਾਵੇਗਾ। ਤੇ ਕਹਿੰਦਾ ਹੁਣ ਮੌਕਾ ਹੈ ਕਿ ਆਪਣੀ ਆਫਤਾਦਾ ਜ਼ਮੀਨ ਦੇ ਵਿੱਚ ਹਲ ਚਲਾ ਲਾ। ਪਰ ਕਹਿੰਦਾ ਬੰਦਿਆ, ਮੌਕਾ ਤੇ ਤੈਨੂੰ ਮਿਲਿਆ, ਤੂੰ ਸ਼ਰਾਰਤ ਦਾ ਹੀ ਹਲ ਚਲਾ ਲਿਆ ਤੇ ਫਿਰ ਵੱਧ ਕਰਦਾਰੀ ਦੀ ਫਸਲ ਕੱਟੇਗਾ ਤੇ ਝੂਠ ਦਾ ਫਲ ਖਾਣਾ ਹੀ ਤੂੰ, ਕਿਉਂਕਿ ਤੂੰ ਆਪਣੇ ਬਹਾਦਰਾਂ ਦੇ ਅੰਬੂਆਂ ਉੱਤੇ ਰੱਬ ਕਹਿੰਦਾ ਤਕੀਆ ਕੀਤਾ, ਕਲਾਮ ਤੇ ਤੂੰ ਤਕੀਆ ਹੀ ਨਹੀਂ ਕੀਤਾ। ਤੇ ਆਓ ਕਲਾਮ ਤੇ ਤਕੀਆ ਕਰੀਏ। ਜ਼ਬੂਰ 119 ਉਹਦੀ 143 43 ਹੈ। ਜ਼ਬੂਰ 119 ਉਹਦੀ 43 ਚ ਲਿਖਿਆ, ਹੱਕ ਗੱਲ ਨੂੰ ਮੇਰੇ ਮੂੰਹ ਤੋਂ ਜਦਾ ਨਾ ਹੋਣ ਦੇ, ਮੇਰਾ ਤਮਾਦ ਤੇਰੇ ਕਲਾਮ ਦੇ ਉੱਤੇ ਆ। ਆਪਣਾ ਤਮਾਦ ਕਲਾਮ ਉੱਤੇ ਕਰਕੇ ਤੇ ਫਿਰ ਕਲਾਮ ਨੂੰ ਬੋਲਣਾ ਸ਼ੁਰੂ ਕਰ ਦਈਏ, ਕਿਉਂਕਿ ਮਤੀ 10 ਬਾਬ
27 ਉਹਦੇ ਪੁੱਤਰ ਨੇ ਆਖਿਆ, ਜਿਸ ਗੱਲ ਦਾ ਤੈਨੂੰ ਹਨੇਰੇ 'ਚ ਪਤਾ ਲੱਗਦਾ ਤੂੰ ਵੀ ਉਜਾਲੇ 'ਚ ਕਰ, ਤੇ ਜਿਹੜੀ ਕੰਨ 'ਚ ਪੈਂਦੀ ਕੋਠੇ ਤੇ ਚੜ੍ਹ ਤੇ ਮਨਾਦੀ ਕਰ, ਤੇ ਮਨਾਦੀ ਕਰ ਲਈਏ ਚੰਗੇ ਰਹਿ ਜਾਵਾਂਗੇ, ਉਹਦੇ ਕੰਮ 'ਚ ਫਜ਼ਾਇਸ਼ ਕਰ ਲਈਏ ਚੰਗੇ ਰਹਿ ਜਾਵਾਂਗੇ। ਖੁਦਾਵੰਦ ਤੇਰਾ ਖਾਦਮ ਹੁੰਦਿਆਂ ਜਿਹੜਾ ਕਲਾਮ ਤੂੰ ਮੈਨੂੰ ਦਿੱਤਾ, ਉਸ ਕਲਾਮ ਨੂੰ ਪੂਰੀ ਦਿਆਨਤਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾਇਆ। ਬੰਦ ਸੀ ਇਹਨਾਂ ਨੂੰ ਖੋਲ੍ਹਣਾ ਖੁਦਾਵੰਦ ਤੇਰਾ ਕੰਮ ਹੈ, ਤਾਂ ਕਿ ਲੋਕ ਕਿਤਾਬੇ ਮੁਕੱਦਸ ਦੀਆਂ ਗੱਲਾਂ ਨੂੰ ਸਮਝਣ ਤੇ ਦੂਜਿਆਂ ਨੂੰ ਸਮਝਾ ਲੈਣ, ਤੇਰੀ ਨਜ਼ਰ ਵਿੱਚ ਦਿਆਨਤਦਾਰ ਬਣ ਜਾਣ। ਇਸ ਸਭ ਕੁਝ ਮੰਗਣਾ ਹੈ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਤੇ ਆਓ ਭਲਿਓ ਕਲਾਮ ਨੂੰ ਲਾਈਕ ਕਰਿਓ, ਬੈਲ ਦਾ ਬਟਨ ਦਬਾਇਓ, ਤਾਂ ਕਿ बर वक्त खुदा ਦਾ ਕਲਾਮ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਬਰਕਤ ਪਾਉਂਦੇ ਰਹੋ। ਸੋ ਖੁਦਾ ਤੈਨੂੰ ਬਰਕਤ ਦੇਵੇ।